सत श्री अकाल, नमस्कार ते आदाब। मैं हाँ हरजिंद कौर मांगड़ ते तुसीं देख रहे हो इंडोज टीवी। स्वागत है जी सारिਆਂ ਦਾ। प्रोग्राम साडा स्पैशल हमेशा करते हैं जी मंगलवार ਨੂੰ विद मिंटू बराड़ जी, जो कि इस समय ਆਸਟ੍ਰੇਲੀਆ ਦੇ ਵਿੱਚ ਹੁੰਦੇ ਨੇ ਪਰ ਅੱਜ ਕੱਲ ਗਏ ਨੇ ਜੀ ਅਮਰੀਕਾ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਤੇ ਵਿਚਾਰਾਂਗੇ ਮਸਲੇ ਦੂਜਾ ਪੱਖ ਦੇ ਵਿੱਚ। ਮਿੰਟੂ ਬਰਾੜ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ ਜੀ ਤੇ ਸਾਰੇ ਇੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ। ਮਿੰਟੂ ਬਰਾੜ ਜੀ, ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਛਾਏ ਹੋਏ ਹੋ, ਕਦੇ ਕਿਧਰੇ ਜਾਂਦੇ ਹੋ ਕਦੇ ਕਿਧਰੇ ਜਾਂਦੇ ਹੋ। ਅਮਰੀਕਾ ਦੇ ਵਿੱਚ ਪੂਰਾ ਤੁਸੀਂ ਰਫੜਾ ਥੱਪੜੀ ਕੀਤੀ ਹੋਈ ਹੈ। ਸੋ ਕਿੰਨੇ ਕੁ ਜਿਹੜੇ ਏਰੀਆ ਹੈਗੇ ਵਿਜ਼ਿਟ ਕਰ ਚੁੱਕੇ ਹੋ? ਕਿਹੋ ਜਿਹਾ ਮਾਹੌਲ ਹੈ ਅਮਰੀਕਾ ਦਾ? ਆਸਟ੍ਰੇਲੀਆ ਨਾਲੋਂ ਕਿਵੇਂ ਵੱਖਰਾ ਦੇਖਦੇ ਹੋ? ਹਾਂ ਬਿਲਕੁਲ ਜੀ, ਮੇਰੀ ਇਹ ਪਹਿਲੀ ਅਮਰੀਕਾ ਦੀ ਫੇਰੀ ਆ। ਭਾਵੇਂ ਹੋਰ ਬਹੁਤ ਸਾਰੇ ਮੁਲਕਾਂ 'ਚ ਮੈਂ ਜਾ ਆਇਆ, ਪਰ ਅਮਰੀਕਾ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ। ਤੇ ਇੱਥੇ ਆ ਕੇ ਬਸ ਫਿਰ ਉਹੀ ਹੈ ਜੀ, ਵੀ ਅਮਰੀਕਾ ਕਿਉਂ ਦੁਨੀਆ ਤੋਂ ਵੱਡਾ, ਕਿਉਂ ਅਮਰੀਕਾ ਜਿਹੜਾ ਸਰਦਾਰੀ ਕਰ ਰਿਹਾ, ਕਿਉਂ ਇਹ ਚੀਜ਼ਾਂ ਹੈਗੀਆਂ, ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਮੈਂ ਆਇਆ ਸੀ ਤੇ ਇਹਨਾਂ ਦੇ ਇੱਕ ਕਰਕੇ ਮੈਨੂੰ ਜਵਾਬ ਮਿਲ ਰਹੇ ਆ ਜੀ, ਵੱਖੋ ਵੱਖਰੇ ਰੂਪ ਦੇ ਵਿੱਚ। ਸੋ ਬਿਲਕੁਲ ਜੇ ਦੇਖਿਆ ਜਾਵੇ ਤਾਂ ਵੱਡੀਆਂ ਸਿਟੀਆਂ ਦੀ ਗੱਲ ਕਰੀਏ ਤਾਂ ਜਦੋਂ ਮੈਂ ਐਲੇ ਉਤਰਿਆ ਤਾਂ ਮੈਨੂੰ ਨਹੀਂ ਲੱਗਿਆ ਵੀ ਮੈਂ ਅਮਰੀਕਾ ਆਇਆ। ਮੈਨੂੰ ਇਦਾਂ ਲੱਗਿਆ ਜਿਵੇਂ ਮੈਂ ਦਿੱਲੀ ਦੇ ਏਅਰਪੋਰਟ ਚੋਂ ਬਾਹਰ ਆ ਰਿਹਾ ਹੁਣ। ਉਹੇ ਜਿਹਾ ਹੀ ਸਾਰਾ ਤਾਮ ਝਾਮ ਸੀ, ਟ੍ਰੈਫਿਕ ਦਾ, ਹੋਰ ਦਾ, ਪ੍ਰਦੂਸ਼ਣ ਦਾ। ਪਰ ਜਦੋਂ ਉਹਦੇ ਚੋਂ ਬਾਹਰ ਨਿਕਲਦੇ ਆ, ਥੋੜਾ ਜਿਹਾ ਅੱਗੇ ਵੱਧਦੇ ਆ ਤਾਂ ਥੋੜਾ ਜਿਹਾ ਫਰਕ ਆਉਂਦਾ। ਤੇ ਉਹਦੇ ਚ ਫਿਰ ਜਦੋਂ ਖੇਤੀ ਵਾਲੇ ਏਰੀਏ ਚ ਆਉਣੇ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਤਾਂ ਉਹ ਚੀਜ਼ਾਂ ਕਾਫੀ ਵਧੀਆ ਲੱਗਦੀਆਂ ਦੇਖਣ ਨੂੰ। ਫਿਰ ਐਲਏ ਦੇ ਵਿੱਚ ਵੀ ਹਾਲੀਵੁੱਡ ਜਾਂਦੇ ਆ, ਹਾਲੀਵੁੱਡ ਯੂਨੀਵਰਸਿਟੀ ਸਟੂਡੀਓ, ਉਹ ਸਾਰਾ ਕੁਝ ਕਾਫੀ ਜਿਹੜਾ ਆਧੁਨਿਕ ਦੇ ਨਾਲ ਨਾਲ ਬਹੁਤ ਜ਼ਬਰਦਸਤ ਤਕਨੀਕ ਦਾ ਮੁਜ਼ਾਹਰਾ ਉੱਥੇ ਕੀਤਾ ਗਿਆ ਵੀ ਕਿਉਂ ਹਾਲੀਵੁੱਡ ਆ। ਉਹ ਚੀਜ਼ਾਂ ਦੇਖਣ ਦਾ ਮੌਕਾ ਮਿਲਿਆ। ਤੇ ਉਸ ਤੋਂ ਬਾਅਦ ਅੱਜ ਕੱਲ ਮੈਂ ਹੁਣ ਟ੍ਰੇਸੀ ਪਹੁੰਚਿਆ ਹੋਇਆ ਜੀ। ਤੇ ਇਸ ਦੌਰਾਨ ਜਿੱਥੇ ਦਰਸ਼ਕਾਂ ਨੂੰ ਸਾਡੇ ਜਿਹੜੇ ਜੁੜਦੇ ਆ ਲੋਕ, ਸੱਜਣ ਮਿੱਤਰ, ਸੋਸ਼ਲ ਮੀਡੀਆ ਜਰੀਏ, ਆਪਣੇ ਮੀਡੀਆ ਜਰੀਏ ਉਹਨਾਂ ਨਾਲ ਮੁਲਾਕਾਤਾਂ ਹੋ ਰਹੀਆਂ, ਉੱਥੇ ਸਾਡੀ ਕੋਸ਼ਿਸ਼ ਆ ਵੀ ਚੰਗੀ ਜਿਹੜੇ ਲੋਕਾਂ ਨੇ ਜਿਹੜੀਆਂ ਕੋਈ ਮੱਲਾਂ ਮਾਰੀਆਂ ਉਹਨਾਂ ਨੂੰ ਮਿਲੀਏ। ਤੇ ਤੁਸੀਂ ਹੈਰਾਨ ਹੋਵੋਗੇ, ਇਹੋ ਜਿਹੇ ਬੰਦੇ, ਇਹੋ ਜਿਹੇ ਹੀਰੇ ਸਾਨੂੰ ਪਿਛਲੇ 3 ਦਿਨਾਂ 'ਚ 4 ਦਿਨਾਂ 'ਚ ਮਿਲੇ ਆ, ਜਿਨ੍ਹਾਂ ਬਾਰੇ ਕੋਈ ਮੀਡੀਆ ਨਹੀਂ ਗੱਲ ਕਰ ਰਿਹਾ, ਜਿਨ੍ਹਾਂ ਵਾਕਿਆ ਹੀ ਹੀਰੇ, ਜੈਮ ਕਹਿ ਸਕਦੇ ਹਾਂ, ਸਮਝ ਸਾਡੀ ਕਮਿਊਨਿਟੀ ਦੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਲਗਾਤਾਰ ਆਪਾਂ ਪੇਂਡੂ ਆਸਟ੍ਰੇਲੀਆ ਦੇ ਜਰੀਏ ਲੋਕਾਂ ਦੇ ਰੂਬਰੂ ਕਰਾਂਗੇ। ਸੋ ਕਾਫੀ ਰੁਝੇਵਿਆਂ ਭਰਿਆ ਚੱਲ ਰਿਹਾ ਜੀ ਟੂਰ। ਦੂਜੀ ਤੁਸੀਂ ਅਮਰੀਕਾ ਦੀ ਦੱਸਿਆ ਕੁਆਲਿਟੀ ਦੀ ਗੱਲ, ਥੋੜਾ ਜਿਹਾ ਚੰਗੇ ਮਾੜੇ ਦੋਨਾਂ ਦੇ ਪੱਖ ਹੀ ਹੁੰਦੇ ਆ। ਜੇ ਕਿਤੇ ਚੰਗਿਆਈ ਆ ਉੱਥੇ ਮਾੜਾ ਵੀ ਆ। ਜਿੱਥੇ ਅਮਰੀਕਾ ਦੇ ਵਿੱਚ ਹਰ ਇੱਕ ਚੀਜ਼ ਹੀ ਤੁਹਾਨੂੰ ਵੱਡੀ ਚੀਜ਼ ਮਿਲ ਰਹੀ ਆ, ਉਲਟ ਮਿਲ ਰਹੀ ਆ। ਜਿਵੇਂ ਉਹਨਾਂ ਨੇ ਕਾਮਨਵੈਲਥ ਕੰਟਰੀਜ਼ ਦੇ ਉਲਟ ਹੀ ਚੱਲੇ ਆ, ਚਾਹੇ ਉਹਨਾਂ ਦਾ ਟ੍ਰੈਫਿਕ ਹੋਵੇ, ਉਹਨਾਂ ਦੇ ਗੱਡੀਆਂ ਦੇ ਸਟੀਅਰਿੰਗ ਹੋਣ, ਉਹਨਾਂ ਦੀਆਂ ਘਰ ਦੀਆਂ ਸੁੱਚਾਂ ਹੋਣ, ਸਾਰੀਆਂ ਉਲਟਾ ਪੁਲਟਾ ਹੁੰਦੀਆਂ ਇਹਨਾਂ ਦੀਆਂ ਤੇ ਉਸ ਢੰਗ ਨਾਲ ਚੱਲਦੀਆਂ। ਪਰ ਦੂਜੇ ਪਾਸੇ ਜੇ ਦੇਖੀਏ ਤਾਂ ਜੇ ਕਿਤੇ ਵੀ ਕਿਸੇ ਰੈਸਟੋਰੈਂਟ ਤੇ ਜਾਂਦੇ ਆ ਤੇ ਉਹ ਵੀ ਕਾਫੀ ਵੱਡਾ ਖਾਣਾ ਪਰੋਸ ਦਿੰਦੇ ਆ। ਮੇਰੇ ਵਰਗੇ ਤੋਂ ਤਾਂ 3 ਜਣਿਆਂ ਤੋਂ ਨਾ ਖਾਧਾ ਜਾਵੇ ਉਹ ਵੀ ਕਿਤੇ। ਇਹ ਤਾਂ ਵਧੀਆ ਗੱਲ ਹੈ ਜੀ, ਪ੍ਰਾਹੁਣ ਨਵਾਜ਼ੀ ਹੋ ਰਹੀ ਹੈ, ਪ੍ਰਾਹੁਣਾਚਾਰੀ ਹੋ ਰਹੀ ਹੈ ਤੁਹਾਡੀ। ਜੀ ਜੀ, ਜੇ ਕਿਤੇ ਸ਼ਾਪਿੰਗ ਲਈ ਜਾਂਦੇ ਆ ਤਾਂ ਸ਼ਾਪਿੰਗ ਦੇ ਵਿੱਚ ਮੈਂ ਜਿਹੜੀ ਇੱਕ ਚੀਜ਼ ਨੋਟ ਕੀਤੀ ਆ, ਥੋੜੀ ਬਹੁਤ ਆਸਟ੍ਰੇਲੀਆ ਨਾਲੋਂ ਜਿਹੜੀ ਜ਼ਿਆਦਾਤਰ ਜੇ ਆਪਾਂ ਕੱਪੜਿਆਂ ਦੀ ਗੱਲ ਕਰੀਏ ਹੋਰ ਇਦਾਂ ਦੀ, ਤਾਂ ਸਸਤੀ ਵੀ ਆ। ਤੇ ਇੱਕ ਵੈਰਾਈਟੀ ਦੀ ਗੱਲ ਆ। ਵੈਰਾਈਟੀ ਮੈਨੂੰ ਹੁਣ ਇਦਾਂ ਲੱਗ ਰਿਹਾ ਵੀ ਅਸੀਂ ਜੇ ਆਪਦੇ ਬ੍ਰਾਂਡਡ ਸ਼ੋਰੂਮ 'ਚ ਜਾਂਦੇ ਆ ਕਿਤੇ, ਤਾਂ ਸਾਨੂੰ ਉੱਥੇ ਤਕਰੀਬਨ ਉਹ ਵੈਰਾਈਟੀ ਮਿਲਦੀ ਹੈ ਜਿਹੜੀ ਇੱਥੇ ਨਹੀਂ ਵਿਕਦੀ ਤੇ ਉਸ ਤੋਂ ਬਾਅਦ ਉੱਧਰ ਆਉਂਦੀ ਆ। ਪਰ ਇੱਥੇ ਜੇ ਦੇਖਿਆ, ਮੈਂ ਅੱਜ ਹੀ ਕਾਫੀ ਲੰਮਾ ਟਾਈਮ ਸ਼ੌਪ ਤੇ ਗੁਜ਼ਾਰਿਆ, ਤਾਂ ਮੈਨੂੰ ਮਹਿਸੂਸ ਹੋਇਆ ਵੀ ਵੈਰਾਈਟੀ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਅੰਤਰ ਆ। ਤੇ ਇੱਥੇ ਬਹੁਤ ਜ਼ਿਆਦਾ ਜਿਹੜੀ ਤੁਹਾਨੂੰ ਕੁਆਲਿਟੀ, ਇੱਥੋਂ ਤੱਕ ਕਿ ਇੱਕ ਮਾਰਕੀਟ ਦੇ ਵਿੱਚ ਗਿਆ ਮੈਂ, ਉਹ ਕਹਿੰਦੇ ਜੀ ਇੱਥੇ 249 ਦੁਕਾਨਾਂ ਤੇ 249 ਹੀ ਬ੍ਰਾਂਡ ਆ ਜਿਹੜੇ ਵਰਲਡ ਦੇ ਫੇਮਸ ਬ੍ਰਾਂਡ। ਕੀ ਬਾਤ ਹੈ। ਬਹੁਤ ਹੀ ਵਧੀਆ। ਮਿੰਟੂ ਬਰਾੜ ਜੀ, ਹੋਰ ਕਿੰਨਾ ਅਰਸਾ ਤੁਹਾਡਾ ਇੱਥੇ ਅਮਰੀਕਾ ਦੇ ਵਿੱਚ? ਤਕਰੀਬਨ ਅਜੇ 20-22 ਦਿਨ ਹੋਰ ਲਾਉਣੇ ਆ ਜੀ। ਤੇ ਇਸ ਦੌਰਾਨ ਕਾਫੀ ਐਕਸਪਲੋਰ ਕਰਨਾ, ਬਹੁਤ ਸਾਰੇ ਜਿਹੜੇ ਉਹਨਾਂ ਲੋਕਾਂ ਨੂੰ ਮੇਰੀ ਮਿਲਣ ਦੀ ਇੱਛਾ, ਜਿਹੜੇ ਪੰਜਾਬੀਅਤ ਜਾਂ ਪੰਜਾਬੀ ਲਈ ਜਾਂ ਸਾਡੇ ਸਿੱਖ ਧਰਮ ਲਈ ਉਹਨਾਂ ਨੇ ਕੁਛ ਨਾ ਕੁਛ ਖਾਸ ਕੀਤਾ, ਉਹਨਾਂ ਸਾਰਿਆਂ ਨੂੰ ਮਿਲਣਾ। ਬਹੁਤ ਸਾਰੇ ਜਿਹੜੇ ਇਤਿਹਾਸਿਕ ਗੁਰੂ ਘਰ ਆ ਜਿਹੜੇ ਇਹਨਾਂ 'ਚ, ਉੱਥੇ ਹੁਣ ਤੱਕ ਮੈਂ 2-3 ਥਾਂ ਤੇ ਜਾ ਆਇਆ ਤੇ ਪਰ ਹੋਰ ਵੀ ਅੱਗੇ ਬਹੁਤ ਥਾਂ ਤੇ ਜਾਣਾ ਚਾਹੁੰਦਾ ਮੈਂ। ਤੇ ਨਾਲ ਹੀ ਮੈਂ ਜਿਹੜੇ ਉਹਨਾਂ ਜਿਹੜੇ ਖੇਤੀ ਜਾਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ, ਜਿਹੜੇ ਕਿ ਮੈਂ ਕਹਾਂਗਾ ਵੀ ਕਿਸੇ ਦਾ ਸੁਪਨਾ ਹੋ ਸਕਦੇ ਆ। ਜਿਵੇਂ ਪੁੱਛੀਏ ਵੀ ਤੁਹਾਡੇ ਕੋਲੇ ਕਿੰਨੀ ਜ਼ਮੀਨ ਆ ਜਾਂ ਕਿੰਨੇ ਕਿੱਲੇ ਆ, ਤਾਂ ਮੈਂ ਹੈਰਾਨ ਹੋਇਆ ਜਦੋਂ ਮੈਂ ਜ਼ਮੀਨ ਪੁੱਛੀ। ਆਉਣ ਵਾਲੇ ਦਿਨਾਂ 'ਚ ਦਿਖਾਵਾਂਗੇ ਵੀ, ਤੋਂ ਆਦੇ ਜੀ 52,000 ਏਕੜ ਜ਼ਮੀਨ ਆ ਸਾਡੇ ਕੋਲੇ ਸਿਰਫ। ਸੋ ਇਹੋ ਜਿਹੇ ਪੰਜਾਬੀ ਜਿਹੜੇ ਉਹਨਾਂ ਨੂੰ ਵੀ ਮਿਲਾਂਗੇ ਤੇ ਮਿਲਾਵਾਂਗੇ ਜੀ।
ਬਹੁਤ ਹੀ ਵਧੀਆ ਜਾਣਕਾਰੀ ਮਿੰਟੂ ਬਰਾੜ ਜੀ, ਕਿਉਂਕਿ ਤੁਸੀਂ ਅਮਰੀਕਾ ਰਹਿਣਾ ਤਾਂ 20-22 ਦਿਨਾਂ ਦੇ ਵਿੱਚ ਜਿੰਨੇ ਵੀ ਸਾਡੇ ਬੁਲੇਟਿਨ ਹੋਣਗੇ ਦੂਜੇ ਪੱਖ ਦੇ ਵਿੱਚ ਅਸੀਂ ਤੁਹਾਡੇ ਤੋਂ ਜਾਣਦੇ ਰਹਾਂਗੇ ਕਿ ਅਮਰੀਕਾ ਦੇ ਹਾਲਾਤ ਕਿਹੋ ਜਿਹੇ ਨੇ, ਉੱਥੋਂ ਕਿਸ ਤਰ੍ਹਾਂ ਵਿਚਰਦੀ ਹੈ ਜ਼ਿੰਦਗੀ ਤੇ ਕਿੰਨਾ ਕੁ ਵੱਖਰਾ ਲੱਗਦਾ ਹੈ। ਸੋ ਵਧਦੇ ਹਾਂ ਜੀ ਅਗਲੀ ਖਬਰ ਵੱਲ। ਆਪਾਂ ਹਮੇਸ਼ਾ ਇੰਡੀਆ ਦੀ ਗੱਲ ਕਰਦੇ ਹਾਂ, ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਹਾਂ। ਸੋ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਮਸਲਾ ਜਿਹੜਾ ਜ਼ਿਆਦਾਤਰ ਜ਼ੋਰ ਫੜ ਕੇ ਰੱਖਿਆ ਹੋਇਆ ਸੀ ਪਿਛਲੇ ਦਿਨੀ, ਉਹ ਸੀਗਾ ਚੰਡੀਗੜ੍ਹ ਦਾ ਮਸਲਾ ਤੇ SYL ਪਾਣੀਆਂ ਦਾ ਮਸਲਾ, ਜਿਸ ਦੀ ਕਿ ਰਾਜ ਸਭਾ ਦੇ ਵਿੱਚ ਚਰਚਾ ਹੋਣੀ ਜਿਹੜੀ ਨਿਸ਼ਚਿਤ ਸੀਗੀ, ਪਰ ਇਹ ਚਰਚਾ ਨੂੰ ਰੋਕ ਦਿੱਤਾ ਗਿਆ ਕਿ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਚਰਚਾ ਨਹੀਂ ਹੋਵੇਗੀ। ਦੇਖੋ ਜੀ, ਇਹ ਸਿੱਧੀ ਦੀ ਸਿੱਧੀ ਸਪਸ਼ਟ ਗੱਲ ਇਹ ਹੈ, ਇੱਕ ਟੂਲ ਆ, ਇੱਕ ਹਥਿਆਰ ਆ, ਤੇ ਇਹ ਟੂਲ ਤੇ ਹਥਿਆਰ ਜ਼ਿਆਦਾਤਰ ਟਾਈਮ ਤਰਕਸ਼ 'ਚ ਪਿਆ ਰਹਿੰਦਾ, ਤੇ ਜਦੋਂ ਕੋਈ ਇਹਨਾਂ ਨੂੰ ਜ਼ਰੂਰਤ ਹੁੰਦੀ ਆ ਉਦੋਂ ਕੱਢ ਕੇ ਨਾ ਇਹਨੂੰ ਸਾਈਨ ਤੇ ਲਾਉਣ ਲੱਗ ਜਾਂਦਾ, ਸਿਰਫ ਦਿਖਾਵੇ ਲਈ। ਜਿਵੇਂ ਤੁਸੀਂ ਦੇਖਿਆ ਹੋਣਾ ਵੀ ਇੱਕ ਗੈਂਗਸਟਰ ਜਾਂ ਗੁੰਡਾ ਬੰਦਾ ਆਮ ਲੋਕਾਂ ਨੂੰ ਡਰਾਉਣ ਲਈ ਚਾਕੂ ਤਿੱਖਾ ਕਰਨ ਲੱਗ ਜਾਂਦਾ, ਤੇ ਉਹਦੇ ਨਾਲ ਕੀ ਆ ਵੀ ਆਮ ਲੋਕਾਂ 'ਚ ਦਹਿਸ਼ਤ ਬਣ ਜਾਂਦੀ ਆ। ਸੋ ਜਿਹੜਾ SYL ਦਾ ਮੁੱਦਾ, ਜਾਂ ਕਹੀਏ ਕੋਈ ਪਾਣੀਆਂ ਦਾ ਮੁੱਦਾ, ਜਾਂ ਚੰਡੀਗੜ੍ਹ ਦਾ ਮੁੱਦਾ, ਭਾਸ਼ਾ ਬੋਲ ਦਾ ਮੁੱਦਾ, ਇਹ ਮੁੱਦੇ ਇੱਕ ਟੂਲ ਆ, ਤੇ ਉਹ ਤਰਕਸ਼ ਦੇ ਵਿੱਚ ਪਿਆ ਨੂੰ ਬਹੁਤ ਸਾਲ ਹੋ ਗਏ। ਹੁਣ ਤਾਂ ਉਹ ਅਨੰਦਪੁਰ ਸਾਹਿਬ ਦੇ ਮਤੇ ਤੋਂ ਲੈ ਕੇ ਪਏ ਆ। ਇਹਨਾਂ ਦਾ ਹੱਲ ਨਾ ਪੋਲਿਟਿਕਸ ਕੋਲੇ ਹੈ, ਨਾ ਪੋਲਿਟਿਕਸ ਨੇ ਕੱਢਣਾ। ਇਹ ਟੂਲ ਉਦੋਂ ਵਰਤੇ ਜਾਂਦੇ ਆ ਜਦੋਂ ਕਿਸੇ ਨੂੰ ਇਹਨਾਂ ਨੇ ਫਾਈਨ ਟਿਊਨ ਕਰਨਾ ਹੁੰਦਾ। ਸੋ ਹੁਣ ਫੇਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਉਹ ਵੀ ਵੱਡੀ ਬਹੁਮਤ 'ਚ ਆ ਗਈ, ਤੇ ਇਹਨਾਂ ਨੂੰ ਲੱਗਿਆ ਵੀ ਇਹਨਾਂ ਨੂੰ ਕਿੱਥੋਂ ਕਿਹੜੇ ਐਂਗਲ ਤੋਂ ਦਬਾਇਆ ਜਾ ਸਕਦਾ, ਤੇ ਉਸ ਐਂਗਲ ਦੇ ਵਿੱਚ ਸਿਰਫ ਤੇ ਸਿਰਫ ਇਹ ਗੱਲ ਨਿਕਲ ਕੇ ਆ ਗਈ ਵੀ ਤੁਸੀਂ ਭਾਈ ਇਹਨਾਂ ਨੂੰ ਚੁੱਪ ਕਰਕੇ ਬਸ ਆਹ 2-3 ਜਿਹੜੇ ਪੁਰਾਣੇ ਹਥਿਆਰ ਆ ਇਹਨਾਂ ਨੂੰ ਕੱਢ ਲਓ ਤੇ ਤਿੱਖੇ ਕਰਨ ਲੱਗ ਜਾਓ, ਕਰਿਓ ਕੁਛ ਨਾ। ਹਰਿਆਣਾ ਕਹਿਣ ਲੱਗ ਜੇ ਸਾਨੂੰ SYL ਨਹਿਰ ਦੇ ਦਿਓ। SYL ਨਹਿਰ ਪਹਿਲਾਂ ਵੀ ਬਹੁਤ ਖੂਨ ਵਗਾ ਚੁੱਕੀ ਆ, ਪਾਣੀ ਤਾਂ ਉਹਦੇ 'ਚ ਵਗਿਆ ਨਹੀਂ। ਉਹ ਫੇਰ ਭਖ ਜੂਆ, ਫੇਰ ਉਹਨੂੰ ਪਹਿਲਾਂ ਕਿਤੇ ਢਾਉਣ ਲੱਗ ਜਾਂਦੇ ਆ, ਕਿਤੇ ਬਣਾਉਣ ਲੱਗ ਜਾਂਦੇ ਆ, ਠੀਕ ਆ। ਤੇ ਫੇਰ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਆਪਾਂ ਨੂੰ ਪਤਾ ਹੀ ਆ ਕਿੰਨੇ ਸਾਲ ਹੋ ਗਏ, ਫਿਰ ਚੰਡੀਗੜ੍ਹ ਦੇ ਬਰਾਬਰ ਪਿੰਡਾਂ ਦਾ ਮਸਲਾ ਧਰਤਾ, ਭਾਸ਼ਾ ਦਾ ਮਸਲਾ ਚੱਲ ਪਊਆ। ਇਹ ਸਿਰਫ ਦਿੱਲੀ ਸਰਕਾਰ ਤੇ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ, ਇਹ ਤਿੰਨਾਂ ਦਾ ਇੱਕ ਇਹੋ ਜਿਹਾ ਇੱਕ ਟ੍ਰਾਇੰਗੂਲਰ ਬਣ ਗਿਆ ਵੀ ਦਿੱਲੀ ਤੇ ਪੰਜਾਬ ਦੇ ਵਿਚਾਲੇ ਹਰਿਆਣਾ ਆ ਗਿਆ। ਇਹ 'ਚ ਜਾਂ ਤਾਂ ਹਰਿਆਣੇ ਨੂੰ ਦੱਬ ਲੈਣਗੇ ਦਿੱਲੀ ਤੇ ਪੰਜਾਬ ਵਾਲੇ, ਤੇ ਜਾਂ ਫਿਰ ਹਰਿਆਣਾ ਦੋਨਾਂ ਨੂੰ ਰਲ ਕੇ ਪਾਸੇ ਇਹੋ ਜਿਹਾ ਫਸਾਊਗਾ ਵੀ ਜਿਹਦੇ ਰਾਹੀਂ ਉਹਨਾਂ ਨੂੰ ਆਪਸ ਵਿੱਚ ਮਿਲਣ ਨਾ ਦੇਊਗਾ। ਤੇ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਅਗਲਾ ਟੀਚਾ, ਉਹ ਜਿਹੜੀਆਂ ਦਿੱਲੀ ਦੀਆਂ ਹੱਦਾਂ ਉਹ ਪੰਜਾਬ ਤੱਕ ਤਾਂ ਉਹਨਾਂ ਨੇ ਕਰ ਲੀਆਂ, ਪਰ ਉਹਨਾਂ ਨੇ ਵਿੱਚ ਜਿਹੜਾ ਹਰਿਆਣਾ ਰਹਿੰਦਾ ਉਸ ਨੂੰ ਵਿੱਚ ਰਲਾਉਣਾ ਕਿਵੇਂ ਨਾ ਕਿਵੇਂ, ਤਾਂ ਉਸ ਨੂੰ ਰਲਾਉਣ ਲਈ ਉਹ ਕੰਮ ਕਰ ਰਹੇ ਆ। ਕਈ ਵਾਰ ਲੋਕ ਕਹਿ ਦਿੰਦੇ, ਆਮ ਸਵਾਲ ਆਉਂਦਾ ਕਿ ਆਮ ਆਦਮੀ ਪਾਰਟੀ, ਉਹ ਜਿਹੜਾ ਕੇਜਰੀਵਾਲ ਆ, ਉਹ ਪੰਜਾਬ ਦਾ ਭਲਾ ਨਹੀਂ ਸੋਚਦਾ, ਤਾਂ ਪੰਜਾਬ ਬਾਰੇ ਨਹੀਂ ਕੁਛ ਕਰਦਾ। ਪਰ ਇਹ ਸ਼ਤਰੰਜ ਦੀ ਖੇਡ ਹੁੰਦੀ ਹੈ ਜੀ, ਸ਼ਤਰੰਜ ਦੀ ਖੇਡ ਦੇ ਵਿੱਚ ਉਹਨਾਂ ਦੀ ਮਜਬੂਰੀ ਆ ਪੰਜਾਬ ਲਈ ਕੁਛ ਕਰਨਾ, ਕਿਉਂਕਿ ਕੇਜਰੀਵਾਲ ਦਾ ਟੀਚਾ ਪੰਜਾਬ ਨਹੀਂ, ਕੇਜਰੀਵਾਲ ਦੀ ਕੁਰਸੀ ਆ ਜਿਹੜੀ ਟੀਚਾ, ਉਹ ਕੁਰਸੀ ਆ ਪ੍ਰਧਾਨ ਮੰਤਰੀ ਦੀ। ਉਹਦੇ ਲਈ ਉਹਨੂੰ ਸਟੇਟ ਦਰ ਸਟੇਟ ਅੱਗੇ ਵਧਣਾ ਪਊ। ਇੱਕ ਸਟੇਟ 'ਚ ਚੰਗਾ ਕਰੂ, ਫਿਰ ਦੂਜੇ 'ਚ ਚੰਗਾ ਕਰੂ, ਤੀਜੇ 'ਚ ਕਰੂਗਾ, ਤਾਂ ਹੀ ਸਟੇਟ ਨਾਲ ਸਟੇਟ ਜੁੜੂਗੀ। ਇਹ ਵੱਖਰੀ ਗੱਲ ਆ ਵੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣ ਤੋਂ ਬਾਅਦ ਉਹ ਕੁਛ ਇਹੋ ਜਿਹਾ ਕਰਦੇ, ਉਹ ਅੱਡ ਚੈਪਟਰ ਆ, ਆਪਾਂ ਉਹ ਅਗਲੇ ਦਾ ਦੀਨ ਮਾਣ। ਪਰ ਇਹ ਏਦਾਂ ਨਹੀਂ ਕਹਿ ਸਕਦੇ ਵੀ ਪੰਜਾਬ ਦਾ ਬੁਰਾ ਹੁਣੇ ਤੋਂ ਕਰੂਗਾ ਕੇਜਰੀਵਾਲ। ਸੋ ਇੰਨਾ ਕੁ ਤਾਂ ਸਾਨੂੰ ਵੀ ਸੋਚਣਾ ਚਾਹੀਦਾ, ਥੋੜਾ ਸਾਨੂੰ ਟਾਈਮ ਦੇਣਾ ਚਾਹੀਦਾ ਇਹਨਾਂ ਨੂੰ, ਤੇ ਦੇਖਣਾ ਚਾਹੀਦਾ ਵੀ ਕਿੱਧਰ ਨੂੰ ਜਾਂਦੇ ਆ। ਪਰ ਜਿਹੜਾ ਹਰਿਆਣਾ ਦੇਖ ਰਿਹਾ ਜਿਹੜੀਆਂ ਆਉਣ ਵਾਲੀਆਂ ਸਾਲ, 1.5 ਸਾਲ, 2 ਸਾਲਾਂ ਨੂੰ ਵੋਟਾਂ, ਵੀ ਉਹਨਾਂ ਵੋਟਾਂ ਤੋਂ ਪਹਿਲਾਂ ਉਹ ਇਹਨਾਂ ਦੇ ਵਿਚਾਲੇ ਇੰਨਾ ਕੁ ਪਾੜਾ ਪਾਉਣਾ ਚਾਹੁੰਦਾ ਵੀ ਇਹਨਾਂ ਤੋਂ ਭਰਿਆ ਨਾ ਜਾਵੇ। ਲੋਕਾਂ ਨੂੰ, ਹਰਿਆਣਾ ਦੇ ਲੋਕਾਂ ਨੂੰ ਕਹੂਗਾ ਜੀ, ਇਹ BJP ਕਹੂਗੀ ਵੀ ਅਸੀਂ ਤਾਂ ਤੁਹਾਨੂੰ ਪਾਣੀ ਨਾਲ ਮਾਲੋ ਮਾਲ ਕਰਨਾ ਚਾਹੁੰਦੇ ਸੀ, ਤੁਹਾਡੇ ਲਈ ਪਾਣੀ ਲਿਆਉਣਾ ਚਾਹੁੰਦੇ ਸੀ, ਪਰ ਇਹ ਆਮ ਆਦਮੀ ਪਾਰਟੀ ਪੰਜਾਬ 'ਚੋਂ ਪਾਣੀ ਛੱਡਦੀ ਨਹੀਂ। ਉਧਰੋਂ ਦਿੱਲੀ ਵੀ ਪੰਜਾਬ ਤੋਂ ਪਾਣੀ ਮੰਗਦੀ ਰਹੀ ਆ, ਉਸ 'ਚ ਵੀ ਉਹ ਦਿੱਲੀ 'ਚ ਵੀ ਘੇਰਨਗੇ ਇਸ ਗੱਲ ਤੋਂ ਵੀ ਜੇ ਦਿੱਲੀ ਪਾਣੀ ਮੰਗੂਗੀ ਤਾਂ ਮਾੜੀ ਆ, ਨਾ ਮੰਗੂਗੀ ਤਾਂ ਮਾੜੀ ਆ। ਸੋ ਇਹ ਇੱਕ ਬਹੁਤ ਵੱਡੇ ਗੇਮ ਆ, ਤੇ ਗੇਮ ਤੇ ਉੱਤੋਂ ਆਮ ਲੋਕਾਂ ਨੂੰ ਕੋਈ ਏਡੀ ਇਹਦੇ ਲਈ ਨਾ ਭਾਵੁਕ ਹੋਣ ਕੇ ਭਟਕਣ ਦੀ ਲੋੜ ਨਹੀਂ ਹੈ। ਇਹ ਥੋੜੇ ਚਿਰ ਤੋਂ ਸਮੂਥ ਜਿਹਾ ਹੋ ਗਿਆ, ਤੀਰ ਪਤਾ ਨਹੀਂ ਫਿਰ ਕਿੰਨਾ ਚਿਰ ਲਈ ਤਰਕਸ਼ ਦੇ ਵਿੱਚ ਜਾ ਕੇ ਉੱਥੇ ਜਰੇ ਪਏ ਰਹਿੰਦੇ ਆ। ਸੋ ਇੱਕ ਟੂਲ ਆ ਜੀ, ਤੀਰ ਆ, ਹੋਰ ਕੁਛ ਨਹੀਂ ਜੀ। ਬਰਾੜ ਸਾਹਿਬ, ਜਿਵੇਂ ਕਿ ਤੁਸੀਂ ਕਿਹਾ ਕਿ ਹਰਿਆਣਾ ਜਿਹੜਾ ਹੈਗਾ ਉਹ ਇਸੇ ਮੁੱਦੇ ਨੂੰ ਲੈ ਕੇ ਅੱਗੇ ਚੱਲੇਗਾ, ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਚੱਲੇਗਾ ਕਿ ਅਸੀਂ ਪਾਣੀ ਲੈ ਰਹੇ ਸੀ, ਬਿਲਕੁਲ ਇਸੇ ਗੱਲ ਨੂੰ ਲੈ ਕੇ ਖੱਟਰ ਸਰਕਾਰ ਅੱਗੇ ਵੱਧ ਰਹੀ ਹੈ ਜੀ, ਇਸੇ ਚੀਜ਼ ਨੂੰ ਲੈ ਕੇ, ਕਿਉਂਕਿ ਲੋਕਾਂ ਦੇ ਜਿਹੜੇ ਮਨ ਹੁੰਦੇ ਨੇ ਜੀ ਬੜੇ ਇਮੋਸ਼ਨਲ ਹੁੰਦੇ ਨੇ, ਬੜੀ ਛੇਤੀ ਬਲੁੰਦਰੇ ਜਾਂਦੇ ਨੇ। ਉਹਨਾਂ ਦਾ ਕਹਿਣਾ
खट्टर सरकार का उन्होंने कल ही बयानबाजी की है कि सानू होर कुछ नहीं चाहिए, सब तो पहला जिहड़ा साडा मुद्दा वो पानियां दा, क्योंकि इलैक्शनस आउण वालियां ने, आम आदमी पार्टी अपना उत्थे प्रदर्शन कर रही है तो अपनी रैलियां कर रही हैं, लोग उत्थे बहुत ज़्यादा इकट्ठे हो रहे हैं। ये भी आने वाले समय में संभावना जताई जा सकती है कि आने वाला जिहड़ा समा हरियाणा दे विच होवेगा वो भी आम आदमी पार्टी का होवेगा। सो 3 स्टेट जिहड़े हैगे ने आम आदमी पार्टी के हिस्से आ जाणगे। अजिहे दे विच चलदियां सो किसी ना किसी तरीके दे नाल उन्हां नूं अपनी पैंतड़ेबाजी खेलनी पैनी है। सो खट्टर सरकार का यही दावा है जी, बार बार यही कह रहे हैं कि सानू होर कुछ नहीं चाहिए, सब तो पहला सानू पानी का मसला, सानू पानी चाहिए, हरियाणा नूं सब तो पहला पानी हरियाणे नूं चाहिए। देखो बादल सरकार जो बीजेपी के दम ते रही सी, किन्ने साल बादल सरकार ने राज किया, तो उदों बीजेपी भाईवाल सी, उदों तो किते उन्हां नूं हरियाणे नूं पानी चाहिया नहीं, उदों तो कोई इहो जी गल नहीं हुई। फिर कैप्टन ने जो स्टैंड लिया, कैप्टन ने उहनूं बंद भी करवाउण दी कोशिश की, उदों नहीं कोई बोलिया। हुण अचानक ही ये चीज़ां हो गईयां। हुण जिहड़ा कैप्टन अमरिंदर सिंह वो बीजेपी का बंदा, ते हुण उहनूं भी तो पुछिया जाना चाहिए ना भी तुसीं एक बस तां पंजाब दे भलाई दी गल करदे हो, अस्तीफे दिंदे हो, पंजाब दे पाणीਆਂ बारे किड्डे स्टैंड लैंदे हो, ते हुण जे उन्हां दी आपदी पार्टी है जिहड़ी ਉਹ ਕਹਿ ਰਹੀ ਹੈ ਵੀ ਅਸੀਂ ਪੰਜਾਬ ਦਾ ਪਾਣੀ ਲੈ ਕੇ ਜਾਵਾਂਗੇ, ਤਾਂ ਫਿਰ ਦੱਸੋ ਕਿਹਦਾ ਸੱਚ ਆ ਤੇ ਕੌਣ ਇਹਦੇ ਲਈ ਜ਼ਿੰਮੇਵਾਰ ਆ। ਜੀ ਬਰਾੜ ਜੀ, ਬਿਲਕੁਲ ਤੁਹਾਡੀਆਂ ਗੱਲਾਂ ਬੜੀਆਂ ਹੀ ਜਿਹੜੇ ਦੂਜੇ ਪੱਖ ਤੋਂ ਤੁਸੀਂ ਜਾਣੂ ਕਰਵਾਉਂਦੇ ਹੋ ਦਰਸ਼ਕਾਂ ਨੂੰ, ਬੜੀਆਂ ਹੀ ਸੁਲਝੀਆਂ ਹੋਈਆਂ ਗੱਲਾਂ ਹੁੰਦੀਆਂ ਨੇ। ਸ਼ਾਇਦ ਲੋਕ ਇਸ ਪੱਖ ਨੂੰ ਜ਼ਰੂਰ ਜਾਣਨਗੇ ਕਿ ਹਰ ਇੱਕ ਗੱਲ ਦਾ ਦੂਜਾ ਪੱਖ ਜਾਣਨਾ ਬਹੁਤ ਜ਼ਰੂਰੀ ਹੈ, ਤੇ ਲੋਕਾਂ ਨੂੰ ਉਮੀਦ ਕਰਦੇ ਹਾਂ ਕਿ ਇਹ ਗੱਲਾਂ ਹਮੇਸ਼ਾ ਹੀ ਯਾਦ ਰਹਿਣਗੀਆਂ ਤੇ ਹਮੇਸ਼ਾ ਸਤਰਕ ਰਹਿਣਗੇ ਕਿ ਅਗਲੇ ਜਿਹੜੇ ਪੱਖ ਆ ਉਹ ਵੀ ਵਿਚਾਰਨੇ ਬਹੁਤ ਜ਼ਰੂਰੀ ਨੇ। ਧੰਨਵਾਦ ਜੀ ਤੁਹਾਡਾ, ਮਿਲਦੇ ਹਾਂ ਜੀ ਅਗਲੇ ਹਫ਼ਤੇ। ਬਹੁਤ ਮਿਹਰਬਾਨੀ। ਸੋ ਦਰਸ਼ਕ, ਇਹ ਸਨ ਮਿੰਟੂ ਬਰਾੜ ਜੀ ਜੋ ਇਸ ਸਮੇਂ ਅਮਰੀਕਾ ਦੇ ਦੌਰੇ ਤੇ ਹਨ। ਸੋ ਸਾਨੂੰ ਸਮੇਂ-ਸਮੇਂ ਤੇ ਜਾਣਕਾਰੀ ਦਿੰਦੇ ਰਹਿਣਗੇ। ਸਮਾਂ ਹੋ ਗਿਆ ਜੀ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।